दोनों पासे वैपन सीगे ते टैंपर्स हाई सीगे, इमोशनस हाई सीगे। ਜਿਹੜਾ ਹਵਾਈ ਫਾਇਰ ਹੋ ਰਿਹਾ ਸੀਗਾ ਉਹ ਪੁਲਿਸ ਕਰਕੇ ਹੀ ਹੋ ਰਿਹਾ ਸੀਗਾ, ਨਹੀਂ ਤਾਂ ਆਮਨੇ ਸਾਹਮਣੇ ਵੀ ਹੋ ਸਕਦਾ ਸੀ। ਜਦੋਂ ਇਹ ਵੀਡੀਓ ਇੱਕ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਬੜੀ ਅਫਵਾਹ ਫੈਲ ਗਈ ਕਿ ਉੱਥੇ ਕਈ ਮੌਤਾਂ ਹੋ ਗਈਆਂ ਨੇ, ਉੱਥੇ ਭੰਨ ਤੋੜ ਬਹੁਤ ਜ਼ਿਆਦਾ ਹੋ ਗਈ। ਇੱਕ ਗੱਲ ਕਲੀਅਰ ਕਰ ਦਿਓ ਵੀ ਜ਼ਖਮੀ ਹੋਏ ਨੇ ਕਿ ਜਾਂ ਕਿਸੇ ਦੀ ਮੌਤ ਵੀ ਹੋਈ ਹੈ, ਕਿਸੇ ਦੇ ਗੋਲੀ ਲੱਗੀ ਹੈ? ਆਲ ਆਰ ਆਊਟ ਆਫ ਡੇਂਜਰ, ਆਲ ਆਰ ਇਨ ਜਨਰਲ ਵਾਰਡ। ਕਿਸੇ ਨੂੰ ਕੋਈ ਗੋਲੀ ਨਹੀਂ ਲੱਗੀ ਹੈ, ਕਿਸੇ ਨੂੰ ਡਿੱਗ ਕੇ ਸੱਟ ਆਈ ਹੈ, ਕਿਸੇ ਨੂੰ ਕੋਈ ਡੰਡੇ ਨਾਲ ਸੱਟ ਆਈ ਹੈ, ਕਿਸੇ ਨੂੰ ਕੋਈ ਕਿਰਪਾਨ ਨਾਲ ਸੱਟ ਆਈ ਹੈ, और कुछ भी नहीं। ਜਦੋਂ ਏਡੀ ਵੱਡੀ ਘਟਨਾ ਵਾਪਰੀ ਹੈ, ਜਦੋਂ ਤੁਹਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਹੈ, ਉਦੋਂ ਤੱਕ ਕੀ ਇੱਥੇ ਸਿਚੁਏਸ਼ਨ ਕੀ ਸੀਗੀ? ਇੱਥੇ ਕੀ ਗੱਲਬਾਤ ਹੋ ਰਹੀ ਸੀ ਜਾਂ ਝੜਪ ਹੋ ਗਈ ਸੀ, ਗੋਲੀ ਚੱਲ ਗਈ ਸੀ? ਥੋੜਾ ਜਿਹਾ ਤੂੰ ਮੈਂ 2-3 ਦਿਨ ਪਹਿਲਾਂ ਹੋਈ ਸੀਗੀਆਂ। ਦੋਨੋਂ ਪਾਰਟੀ ਨੂੰ ਬੋਲ ਕੇ ਆਪਾਂ ਸਮਝਾ ਬੁਝਾ ਕੇ ਭੇਜਤਾ ਸੀਗਾ ਤੇ ਚਲੀ ਗਈਆਂ ਸੀਗੀਆਂ। ਹਵਾਈ ਫਾਇਰਿੰਗ ਵੀ ਹੋਈ ਥੋੜੀ ਦੋਨੋਂ ਤਰਫਾਂ। ਸਾਨੂੰ ਲੱਗਿਆ ਪਤਾ, ਮੈਂ ਸੀਨੀਅਰ ਅਫਸਰਾਂ ਦੇ ਨੋਟਿਸ ਲੈ ਕੇ ਆਇਆ ਜੀ, ਫਿਰ ਆਪਾਂ ਲਾਠੀ ਚਾਰਜ ਕੀਤਾ ਜੀ। ਇਦਾਂ ਦਾ ਪਤਾ ਲੱਗਿਆ ਵੀ ਹਵਾਈ ਫਾਇਰ ਕਿੱਧਰੋਂ ਜ਼ਿਆਦਾ ਹੋਏ? ਪਥਰਾਵ ਜਦ ਸ਼ੁਰੂ ਹੋ ਗਿਆ ਵਿਦਿਨ ਅ ਮੈਟਰ ਆਫ 5-10 ਮਿੰਟਸ ਪੁਲਿਸ ਵਿੱਚ ਪਹੁੰਚ ਗਈ। ਇਦਾਂ ਦੀ ਲਾਅ ਐਂਡ ਆਰਡਰ ਸਿਚੁਏਸ਼ਨ 'ਚ ਮੌਕੇ ਤੇ ਡਿਸੀਜਨ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ। ਮੌਕੇ ਤੇ 2-3 ਅਫਸਰ ਸੀਗੇ ਤੇ 70-80 ਮੁਲਾਜ਼ਮ ਸੀਗੇ, ਉਹ ਦੋਨੋਂ ਪਾਰਟੀਆਂ ਦੇ ਵਿੱਚ ਖੜੇ ਹੋ ਗਏ ਜੀ। ਡੇਰਾ ਬਿਆਸ ਦੇ ਸਮਰਥਕਾਂ ਅਤੇ ਨਿਹੰਗ ਸਿੰਘਾਂ ਦੇ ਵਿਚਾਲੇ ਕੱਲ ਜ਼ਬਰਦਸਤ ਝੜਪ ਹੋਈ। ਝੜਪ ਤੋਂ ਬਾਅਦ ਪੁਲਿਸ ਨੇ ਮੋਰਚਾ ਸਾਂਭਿਆ। ਪੁਲਿਸ ਨੇ ਆਪਣੇ ਪੱਧਰ ਦੇ ਉੱਪਰ ਬੜੇ ਵਧੀਆ ਤਰੀਕੇ ਨਾਲ ਕੰਟਰੋਲ ਕੀਤਾ। ਹੁਣ ਇਸ ਵੇਲੇ ਕੀ ਸਿਚੁਏਸ਼ਨ ਆ, ਸਾਰੀ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਵਪਨ ਸ਼ਰਮਾ ਨੇ। ਗੱਲਬਾਤ ਕਰਦੇ ਆ ਐਸਐਸਪੀ ਸਾਹਿਬ, ਹੁਣ ਇਸ ਵੇਲੇ ਕੀ ਸਿਚੁਏਸ਼ਨ ਆ? ਦੋਵੇਂ ਪਾਸੇ ਤੁਸੀਂ ਗੱਲਬਾਤ ਕੀਤੀ ਹੋਊਗੀ, ਕੀ ਕਹਿਣਾ ਦੋਵੇਂ ਪਾਸਿਆਂ ਤੋਂ? ਦੋਨੋਂ ਪਾਸੇ ਪੀਸਫੁਲ ਹੈ, ਦੇ ਆਰ ਸੈਟਿਸਫਾਈਡ ਵਿਦ ਦ ਪੁਲਿਸ ਐਕਸ਼ਨ। ਤੇ ਦੋਨੋਂ ਪਾਸਿਆਂ ਤੋਂ ਜਿਹੜੇ ਲੋਕ ਐਡਮਿਟ ਸੀਗੇ ਉਹਨਾਂ ਦੇ ਬਿਆਨ ਲਿੱਤੇ ਗਏ। MLRs ਕੁਛ ਦੀ ਆ ਗਈਆਂ। FIR ਜਿਹੜੀ ਹੈ ਉਹ ਰਜਿਸਟ੍ਰੇਸ਼ਨ ਜਿਹੜੀ ਉਹ ਹੋ ਰਹੀ ਹੈ। ਕੱਲ ਜਿੱਦਾਂ ਦੀ ਸਿਚੁਏਸ਼ਨ ਸੀਗੀ, ਪੁਲਿਸ ਦੀ ਕਾਰਗੁਜ਼ਾਰੀ ਦੇਖੀ ਬੜੀ ਸਖਤ ਸੀਗੀ। ਇਹ ਤੁਹਾਡੇ ਵੱਲੋਂ ਐਕਸ਼ਨ ਲਿਆ ਗਿਆ ਜਿਸ ਤਰੀਕੇ ਦਾ, ਇਹ ਉੱਥੇ ਲੈਣਾ ਜ਼ਰੂਰੀ ਸੀਗਾ ਕਿ ਜਾਂ ਫਿਰ ਪੁਲਿਸ ਦੇ ਵੱਲੋਂ ਕੀ ਜਿਹੜਾ ਰੋਲ ਨਿਭਾਇਆ ਗਿਆ? ਦੇਖੀਏ, ਇੱਦਾਂ ਦੀ ਲਾਅ ਐਂਡ ਆਰਡਰ ਸਿਚੁਏਸ਼ਨ 'ਚ ਮੌਕੇ ਤੇ ਡਿਸੀਜਨ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ। ਸਿਚੁਏਸ਼ਨ ਇਹ ਸੀਗੀ ਕਿ ਹਾਈਵੇ ਚੱਲ ਰਿਹਾ ਸੀਗਾ, ਉੱਥੇ ਸ਼ਰਧਾਲੂ ਸੀਗੇ ਜਿਨ੍ਹਾਂ ਨੇ ਗਣੇਸ਼ ਚਤੁਰਥੀ ਦਾ ਗਣੇਸ਼ ਦੀ ਮੂਰਤੀ ਦਾ ਵਿਸਰਜਨ ਕਰਨਾ ਸੀਗਾ। 100-150 ਗੱਡੀਆਂ ਉਹ ਖੜੀ ਸੀਗੀਆਂ ਹਾਈਵੇ ਤੇ। ਜਨਰਲ ਹਾਈਵੇ ਟ੍ਰੈਫਿਕ ਸੀਗਾ। ਇੱਕ ਤਰਫ ਨਿਹੰਗ ਸਿੰਘਾਂ ਦੀ ਜਥੇਬੰਦੀ ਸੀਗੀ, ਦੂਜੀ ਤਰਫ ਸੜਕ ਦੇ ਡੇਰਾ ਬਿਆਸ ਦੇ ਫੋਲੋਅਰ ਸੀਗੇ। ਹੁਣ ਇੱਦਾਂ ਦੀ ਸਿਚੁਏਸ਼ਨ 'ਚ ਸਖਤ ਐਕਸ਼ਨ ਨਹੀਂ ਲਿਆ ਹੁੰਦਾ ਆਪਾਂ ਤੇ ਕੋਈ ਨਾ ਕੋਈ ਕੈਜੂਅਲਟੀ ਹੋ ਜਾਂਦੀ। ਇਹ ਕੋਈ ਪਹਿਲਾਂ ਇਨਫੋਰਮੇਸ਼ਨ ਸੀ ਕਿ ਇਦਾਂ ਦੀ ਘਟਨਾ ਵਾਪਰ ਸਕਦੀ ਹੈ ਕਿ ਜਾਂ ਮੌਕੇ ਦੇ ਉੱਪਰ ਹੀ ਸਭ ਕੁਝ ਹੋਇਆ? ਥੋੜਾ ਜਿਹਾ ਤੂੰ ਮੈਂ 2-3 ਦਿਨ ਪਹਿਲਾਂ ਹੋਈ ਸੀਗੀਆਂ। ਦੋਨੋਂ ਪਾਰਟੀ ਨੂੰ ਬੋਲ ਕੇ ਆਪਾਂ ਸਮਝਾ ਬੁਝਾ ਕੇ ਭੇਜਤਾ ਸੀਗਾ ਤੇ ਚਲੀ ਗਈਆਂ ਸੀਗੀਆਂ। ਲੇਕਿਨ ਕੁਝ ਸ਼ਰਾਰਤੀ ਅਨਸਰ ਜਿਹੜੇ ਸੀਗੇ ਉਹਨਾਂ ਨੇ ਕੱਲ 3-4 ਦੇ ਵਿੱਚ ਇੱਕ ਦੂਜੇ ਨੂੰ ਪ੍ਰੋਵੋਕ ਕੀਤਾ ਤੇ ਸਾਡੇ ਕੋਲ ਇਨਫੋਰਮੇਸ਼ਨ ਕੋਈ 15-20 ਮਿੰਟ ਬਾਅਦ ਆ ਗਈ ਸੀਗੀ। ਫੋਰਸ ਰਸ਼ ਕੀਤੀ ਗਈ ਤੇ ਮੌਕੇ ਤੇ 2-3 ਅਫਸਰ ਸੀਗੇ ਤੇ 70-80 ਮੁਲਾਜ਼ਮ ਸੀਗੇ, ਉਹ ਦੋਨੋਂ ਪਾਰਟੀਆਂ ਦੇ ਵਿੱਚ ਖੜੇ ਹੋ ਗਏ ਜੀ। ਤੇ ਫਿਰ ਪਥਰਾਵ ਜਦ ਚੱਲ ਰਿਹਾ ਸੀਗਾ ਉਹਨਾਂ ਨੇ ਪਹਿਲਾਂ ਤਾਂ ਕਨਵਿੰਸ ਕੀਤਾ, ਫਿਰ ਜਦ ਹਵਾਈ ਫਾਇਰਿੰਗ ਵੀ ਹੋਈ ਥੋੜੀ ਦੋਨੋਂ ਤਰਫਾਂ ਤੋਂ। ਫਿਰ ਜਦ ਸਾਨੂੰ ਲੱਗਿਆ ਪਤਾ, ਮੈਂ ਸੀਨੀਅਰ ਅਫਸਰਾਂ ਦੇ ਨੋਟਿਸ ਲੈ ਕੇ ਆਇਆ ਜੀ, ਫਿਰ ਆਪਾਂ ਲਾਠੀ ਚਾਰਜ ਕੀਤਾ ਜੀ। ਜਦੋਂ ਹਵਾਈ ਫਾਇਰ ਹੋਏ ਨੇ ਉਸ ਤੋਂ ਬਾਅਦ ਲਾਠੀ ਚਾਰਜ ਹੋਇਆ, ਕਿ ਪੁਲਿਸ ਦੇ ਵੱਲੋਂ ਵੀ ਹਵਾਈ ਫਾਇਰ ਕੀਤੇ ਗਏ? ਨਹੀਂ, ਪੁਲਿਸ ਵੱਲੋਂ ਇੱਕ ਫਾਇਰ ਵੀ ਨਹੀਂ ਹੋਇਆ, ਲਾਠੀ ਚਾਰਜ ਕੀਤਾ। ਇਦਾਂ ਦਾ ਪਤਾ ਲੱਗਿਆ ਵੀ ਹਵਾਈ ਫਾਇਰ ਕਿੱਧਰੋਂ ਜ਼ਿਆਦਾ ਹੋਏ ਨੇ ਜਾਂ ਟੋਟਲ ਹਵਾਈ ਫਾਇਰ ਕਿੰਨੇ ਹੋਏ ਨੇ? ਕੋਈ 10-12 ਦੇ ਕਰੀਬ ਹਵਾਈ ਫਾਇਰ ਹੋਇਆ। ਅੱਛਾ ਸਰ, ਇਹ ਵੀ ਗੱਲ ਹੈ ਕਿ ਜਦੋਂ ਏਡੀ ਵੱਡੀ ਘਟਨਾ ਵਾਪਰੀ ਹੈ, ਜਦੋਂ ਤੁਹਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਹੈ, ਉਦੋਂ ਤੱਕ ਕੀ ਇੱਥੇ ਸਿਚੁਏਸ਼ਨ ਕੀ ਸੀਗੀ? ਇੱਥੇ ਕੀ ਗੱਲਬਾਤ ਹੋ ਰਹੀ ਸੀ ਜਾਂ ਝੜਪ ਹੋ ਗਈ ਸੀ, ਗੋਲੀ ਚੱਲ ਗਈ ਸੀ? ਨਾ, ਝੜਪ ਚੱਲ ਰਹੀ ਸੀਗੀ। ਵਿੱਚ ਕੋਈ ਬੰਦਾ ਆ ਰਿਹਾ ਸੀਗਾ, ਗਾਲੀ ਗਲੋਚ ਕਰ ਰਿਹਾ ਸੀਗਾ, ਆਪਣੇ ਡੇਰੇ 'ਚ ਵਾਪਸ ਜਾ ਰਿਹਾ ਸੀਗਾ। बट विद इन मैटर ऑफ 15-20 मिनट्स वो पथराव शुरू हो गया
ਪਥਰਾਵ ਜਦ ਸ਼ੁਰੂ ਹੋ ਗਿਆ ਵਿਦ ਇਨ ਅ ਮੈਟਰ ਆਫ 5-10 ਮਿੰਟਸ ਪੁਲਿਸ ਵਿੱਚੇ ਪਹੁੰਚ ਗਈ, ਜਿਹੜਾ ਮੈਂ ਤੁਹਾਨੂੰ ਕਿਹਾ। ਤੇ ਜਦ ਮੈਂ ਪਹੁੰਚਿਆ ਤਾਂ ਉਸ ਟਾਈਮ ਤੇ ਆਖਰੀ 2-3 ਗੋਲੀਆਂ ਚੱਲੀ ਤੇ ਲਾਠੀ ਚਾਰਜ ਹੋ ਰਿਹਾ ਸੀਗਾ। ਲਾਠੀ ਚਾਰਜ ਦਾ ਇਮੀਡੀਏਟਲੀ ਉਸੇ ਵੇਲੇ ਹੀ ਤੁਸੀਂ ਆਰਡਰ ਦੇ ਦਿੱਤੇ ਸੀ ਕਿ ਲਾਠੀ ਚਾਰਜ ਕਰ ਦਿਓ? ਹਾਂਜੀ, ਲਾਠੀ ਚਾਰਜ ਕਰ ਦਿਓ, ਇਹਨਾਂ ਨੂੰ ਆਮਨੇ ਸਾਹਮਣੇ ਨਹੀਂ ਹੋਣ ਦੇਣਾ। ਅਗਰ ਪੁਲਿਸ ਜੇ ਇਹ ਐਕਸ਼ਨ ਨਾ ਲੈਂਦੀ ਤਾਂ ਤੁਹਾਡੇ ਤਜਰਬੇ ਦੇ ਹਿਸਾਬ ਨਾਲ ਇੱਥੇ ਕੀ ਕੁਝ ਹੋ ਸਕਦਾ ਸੀ ਜੋ ਮਾਹੌਲ ਸੀਗਾ? ਦੇਖੋ, ਦੋਨੋਂ ਪਾਸੇ ਵੈਪਨ ਸੀਗੇ ਤੇ ਟੈਂਪਰਸ ਹਾਈ ਸੀਗੇ, ਇਮੋਸ਼ਨਸ ਹਾਈ ਸੀਗੇ। ਜਿਹੜਾ ਹਵਾਈ ਫਾਇਰ ਹੋ ਰਿਹਾ ਸੀਗਾ ਉਹ ਪੁਲਿਸ ਕਰਕੇ ਹੀ ਹੋ ਰਿਹਾ ਸੀਗਾ, ਨਹੀਂ ਤਾਂ ਆਮਨੇ ਸਾਹਮਣੇ ਵੀ ਹੋ ਸਕਦਾ ਸੀ। ਅੱਛਾ ਸਰ, ਇਹ ਵੀ ਗੱਲ ਹੈ ਕਿ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਗਣੇਸ਼ ਜੀ ਦੀ ਮੂਰਤੀ ਲਈ ਉੱਥੇ ਲੋਕ ਪਹੁੰਚੇ ਸੀਗੇ, ਕਿ ਉਹਨਾਂ ਦੀਆਂ ਗੱਡੀਆਂ ਨੂੰ ਨੁਕਸਾਨ ਜਾਂ ਫਿਰ ਉਹਨਾਂ ਲੋਕਾਂ ਨੂੰ ਵੀ ਨੁਕਸਾਨ ਹੋਇਆ ਜਿਹੜੇ ਇਹਨਾਂ ਦੇ ਵਿੱਚ ਨਹੀਂ ਸੀਗੇ? ਲੋਕਾਂ ਨੂੰ ਨੁਕਸਾਨ ਨਹੀਂ ਹੋਇਆ, ਕਿਸੇ ਨੂੰ ਵੀ। ਉਹਨਾਂ ਦੀ ਇਵੈਕੂਏਸ਼ਨ ਆਪਾਂ ਫਟਾਫਟ ਕਰ ਲਈ ਸੀਗੀ। ਟ੍ਰੈਫਿਕ ਕੋਈ ਅੱਧੇ ਪੌਣੇ ਘੰਟੇ ਤੱਕ ਜਾਮ ਰਿਹਾ ਹੈ ਨੈਸ਼ਨਲ ਹਾਈਵੇ ਦਾ, ਉਹ ਸੁਚਾਰੂ ਰੂਪ ਤੋਂ ਸ਼ੁਰੂ ਕਰਤਾ ਸੀਗਾ। ਇਹਨਾਂ ਦੀ 2 ਗੱਡੀਆਂ ਸੀਗੀਆਂ ਜਿਨ੍ਹਾਂ ਦੇ ਪਿੱਛੇ ਵਾਲਾ ਸ਼ੀਸ਼ਾ ਜਿਹੜਾ ਹੈ ਉਹ ਟੁੱਟਿਆ ਸੀ, ਕ੍ਰੈਕ ਹੋਇਆ ਸੀਗਾ। ਅੱਛਾ ਸਰ, ਜਦੋਂ ਇਹ ਵੀਡੀਓ ਇੱਕ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਬੜੀ ਅਫਵਾਹ ਫੈਲ ਗਈ ਕਿ ਉੱਥੇ ਕਈ ਮੌਤਾਂ ਹੋ ਗਈਆਂ ਨੇ, ਉੱਥੇ ਭੰਨ ਤੋੜ ਬਹੁਤ ਜ਼ਿਆਦਾ ਹੋ ਗਈ। ਇੱਕ ਗੱਲ ਕਲੀਅਰ ਕਰ ਦਿਓ ਵੀ ਜ਼ਖਮੀ ਹੋਏ ਨੇ ਕਿ ਜਾਂ ਕਿਸੇ ਦੀ ਮੌਤ ਵੀ ਹੋਈ ਹੈ, ਕਿਸੇ ਦੇ ਗੋਲੀ ਲੱਗੀ ਹੈ? ਦੱਸਦਾ ਜੀ, 2 ਮੁਲਾਜ਼ਮ ਸਾਡੇ ਜ਼ਖਮੀ ਹੋਏ हैं, डेरा समर्थक ਜਿਹੜੇ ਹੈ ਉਹ 4 ਜ਼ਖਮੀ ਹੋਏ हैं ਤੇ ਨਿਹੰਗ ਸਿੰਘਾਂ ਦੀ ਜਿਹੜੀ ਜਥੇਬੰਦੀ ਹੈ ਉਹਨਾਂ ਦੇ 6 ਬੰਦੇ ਜ਼ਖਮੀ ਹੋਏ हैं। ऑल आर आउट ऑफ डेंजर, ऑल आर इन जनरल वार्ड। किसी ਨੂੰ ਕੋਈ ਗੋਲੀ ਨਹੀਂ ਲੱਗੀ ਹੈ, ਕਿਸੇ ਨੂੰ ਡਿੱਗ ਕੇ ਸੱਟ ਆਈ ਹੈ, ਕਿਸੇ ਨੂੰ ਕੋਈ ਡੰਡੇ ਨਾਲ ਸੱਟ ਆਈ ਹੈ, ਕਿਸੇ ਨੂੰ ਕੋਈ ਕਿਰਪਾਨ ਨਾਲ ਸੱਟ ਆਈ ਹੈ, ਹੋਰ ਕੁਝ ਵੀ ਨਹੀਂ ਹੈ। ਇਹ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਸੀਗਾ, ਇਹ ਮੇਰਾ ਪਰਸਨਲ ਮੰਨਣਾ ਹੈ ਇਹ ਬਹੁਤ ਅਨਰਿਸਪੌਂਸਿਬਲ ਬਿਹੇਵੀਅਰ ਹੈ। ਇੱਦਾਂ ਦੀ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ। ਕੋਈ ਕਹਿ ਰਿਹਾ ਸੀ ਕਿਉਂਕਿ ਧਾਰਮਿਕ ਮੁੱਦਾ ਬੜਾ ਪੰਜਾਬ ਦੇ ਵਿੱਚ ਪਹਿਲਾਂ ਹੀ ਚੱਲ ਰਿਹਾ, ਇਹਨੂੰ ਅਸੀਂ ਧਾਰਮਿਕ ਮੁੱਦਾ ਮੰਨ ਕੇ ਚੱਲੀਏ ਕਿ ਜਾਂ ਫਿਰ ਇਹ ਕੋਈ ਸੋਸ਼ਲੀ ਹੈ ਜਾਂ ਫਿਰ ਕੋਈ ਕਿਸੇ ਚੀਜ਼ ਨੂੰ ਲੈ ਕੇ ਹੋਏ ਝੜਪੇ? ਇਹ ਨਾ ਤਾਂ ਧਾਰਮਿਕ ਮੁੱਦਾ ਹੈ ਨਾ ਸੋਸ਼ਲ ਮੁੱਦਾ ਹੈ। ਇਹ ਸਿਰਫ ਮੁੱਦਾ ਇਹ ਹੈ ਕਿ ਆਪਸ 'ਚ ਗਊਆਂ ਜਿਹੜੀਆਂ ਹੈ ਉਹ ਡੇਰੇ ਦੇ ਨਾਲ ਚੱਲ ਕੇ ਆਉਂਦੀਆਂ ਹੈ, ਉਹਦੇ 'ਚ ਇਨਕਨਵੀਨੀਅੰਸ ਹੁੰਦੀ ਹੈ। ਹੁਣ 2-2,500 3,000 ਗਊਆਂ ਆਉਣ ਤੇ ਉਹਨਾਂ ਨੂੰ ਪਾਸ ਥਰੂ ਕਰਨ ਲਈ 3-4 ਘੰਟੇ ਲੱਗਦੇ ਹੈ, ਧੀਰੇ ਚੱਲਦੀਆਂ ਤੇ ਇਨਕਨਵੀਨੀਅੰਸ ਹੁੰਦੀ ਹੈ ਦੋਨੋਂ ਪਾਰਟੀਆਂ ਨੂੰ। ਤੇ ਪਹਿਲਾਂ ਵੀ 2-3 ਸਾਲ ਪਹਿਲਾਂ ਵੀ ਇਹਨਾਂ ਦੀ ਆਪਸ 'ਚ ਤੂੰ ਮੈਂ ਝੜਪ ਹੋਈ ਹੈ ਤੇ ਵਿੱਚ ਬਹਿ ਕੇ ਰਾਜੀਨਾਮਾ ਹੋ ਜਾਂਦਾ ਸੀਗਾ ਹਮੇਸ਼ਾ। ਲੇਕਿਨ ਇਸ ਵਾਰੀ ਕੁਝ ਦੋਨੋਂ ਪਾਸੋਂ ਦੋਨੋਂ ਪਾਰਟੀਆਂ ਵੱਲੋਂ ਕੁਝ ਸ਼ਰਾਰਤੀ ਅਨਸਰ ਸੀਗੇ ਜਿਨ੍ਹਾਂ ਨੇ ਮਾਹੌਲ ਥੋੜ੍ਹਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਅੱਛਾ, ਤੁਸੀਂ ਹੁਣ ਮਿਲ ਕੇ ਆਏ ਹੋ ਉਹਨਾਂ ਨੂੰ, ਕੀ ਹੁਣ ਬਦਲੇ ਦੀ ਗੱਲ ਹੋ ਰਹੀ ਹੈ ਕਿ ਫਿਰ ਲੜਾਈ ਝਗੜੇ ਦੀ ਗੱਲ ਹੋ ਰਹੀ? ਕਿਉਂਕਿ ਮੀਟਿੰਗਸ ਦੋਵਾਂ ਪਾਸੇ ਲਗਾਤਾਰ ਉਹਨਾਂ ਦੀਆਂ ਆਪਸ ਦੇ ਵਿੱਚ ਚੱਲ ਰਹੀਆਂ ਨੇ। ਹੁਣ ਉਹ ਕੀ ਕਹਿ ਰਹੇ ਨੇ? ਉਹ ਰਾਜੀਨਾਮਾ ਕਹਿ ਰਹੇ ਨੇ, ਸਮਝੌਤਾ ਕਹਿ ਰਹੇ ਨੇ ਕਿ ਜਾਂ ਫਿਰ ਕੀ ਉਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ? ਦੇਖੀਏ, ਮਨ ਦੇ ਵਿੱਚ ਕੀ ਚੱਲ ਰਿਹਾ ਹੈ ਤਾਂ ਉਹੀ ਜਾਣਨ। ਸਾਡੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ, FIR ਇਜ਼ ਬੀਇੰਗ ਰਜਿਸਟਰਡ। ਆਡੀਓ ਵਿਜ਼ੂਅਲਸ ਜਿਹੜੀ ਲੋਕਾਂ ਨੇ ਖਿੱਚੀਆਂ ਸਾਡੇ ਕੋਲ ਪਈਆਂ, ਬੰਦੇ ਆਇਡੈਂਟੀਫਾਈ ਕੀਤੇ ਜਾ ਰਹੇ ਹਨ ਐਂਡ ਐਵਰੀ ਜਿਹੜਾ ਦੋਸ਼ੀ ਹੋਗਾ, ਜਿਸ ਧਿਰ ਦਾ ਹੋਗਾ, ਨਿਆਂ ਮਿਲੂਗਾ। ਹੁਣ ਤੱਕ ਸਰ FIR ਕਿੰਨਿਆਂ ਦੇ ਉੱਪਰ ਹੋ ਚੁੱਕੀ ਹੈ ਦੋਵਾਂ ਪਾਸਿਓਂ? ਇਹ ਹੋ ਰਹੀ ਹੈ ਤਾਂ ਮੈਨੂੰ ਚੈੱਕ ਕਰਨਾ ਪਊਗਾ। ਕੋਈ ਹਿਰਾਸਤ ਦੇ ਵਿੱਚ ਕਿਸੇ ਦਾ ਕੋਈ ਲਿਆ? ਉਹ ਹਿਰਾਸਤ ਵਿੱਚ ਤਾਂ ਹੀ ਲੈ ਕੇ ਜਾਏंगे ਜਦ ਬਿਲਕੁਲ ਕਨਫਰਮਡ ਹੋਗਾ ਇਹਦਾ ਕੀ ਰੋਲ ਸੀਗਾ। ਧੰਨਵਾਦ ਗੱਲਬਾਤ ਕਰਨ ਲਈ। ਸੋ ਜੋ ਪੰਜਾਬ ਦੇ ਵਿੱਚ ਮਾਹੌਲ ਕੱਲ ਕ੍ਰੀਏਟ ਕੀਤਾ ਗਿਆ ਕਿ ਗੋਲੀ ਚੱਲ ਗਈ ਹੈ, ਲੋਕ ਜ਼ਖਮੀ ਹੋ ਗਏ ਨੇ, ਲੋਕ ਮਰ ਗਏ ਨੇ, ਇਹ ਚੀਜ਼ ਅਸੀਂ ਕਲੀਅਰ ਕਰ ਦੇਣੀ ਚਾਹੁੰਦੇ ਹਾਂ ਕਿ ਕਿਸੇ ਦੀ ਮੌਤ ਨਹੀਂ ਹੋਈ। ਜ਼ਖਮੀ ਜ਼ਰੂਰ ਹੋਏ ਨੇ, ਭੱਜ ਕੇ ਜ਼ਖਮੀ ਹੋਏ ਨੇ, ਕੁਝ ਡਿੱਗ ਪਏ ਹੋਏ ਨੇ, ਪਰ ਸਿੱਧੇ ਤੌਰ ਦੇ ਉੱਪਰ ਇਹ ਗੱਲ ਜ਼ਰੂਰ ਪੁਲਿਸ ਕਹਿੰਦੀ ਹੈ ਕਿ ਅਸੀਂ ਇਮੀਡੀਏਟਲੀ ਆਰਡਰ ਦੇ ਦਿੱਤੇ ਸੀ ਕਿ ਲਾਠੀ ਚਾਰਜ ਕਰ ਦਿਓ, ਇਹਨਾਂ ਨੂੰ ਆਪਸ ਦੇ ਵਿੱਚ ਨਾ ਭਿੜਨ ਦਿਓ। ਤੇ ਲਾਠੀ ਚਾਰਜ ਕੱਲ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਉੱਥੇ ਹੋਇਆ ਵੀ ਹੈ। ਤੇ ਜੇ ਲਾਠੀ ਚਾਰਜ ਨਾ ਹੁੰਦਾ ਤਾਂ ਸ਼ਾਇਦ ਮਾਹੌਲ ਕੱਲ ਦਾ ਉੱਥੇ ਹੋਰ ਹੁੰਦਾ, ਅੱਜ ਕੁਝ ਹੋਰ ਹੁੰਦਾ। ਪਰ ਆਪਸ ਦੇ ਵਿੱਚ ਹੁਣ ਕਹਿੰਦੇ ਨੇ ਕਿ ਦੋਵੇਂ ਪਾਰਟੀਆਂ ਜਿਹੜੀਆਂ ਨੇ, ਦੋਵੇਂ ਧਿਰਾਂ ਜਿਹੜੀਆਂ ਨੇ ਉਹ ਸ਼ਾਂਤ ਨੇ, ਆਪਸ ਦੇ ਵਿੱਚ ਮੀਟਿੰਗਸ ਚੱਲ ਰਹੀਆਂ ਨੇ ਤੇ ਪੁਲਿਸ ਦਾ ਜ਼ੋਰ ਲੱਗਾ ਹੋਇਆ ਕਿ ਅਜਿਹੀ ਘਟਨਾ ਜਿਹੜੀ ਹੈ ਦੁਬਾਰਾ ਤੋਂ ਇੱਥੇ ਨਾ ਵਾਪਰੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਬਿਆਸ।